ਧਨ ਕਹਿਆ ਤਿਨ ਜਮ ਨੇੜ ਨਾ ਆਇਆ। नारायण नरपत नमस्कारे, ऐसे गुर को बल बल जाइए, आप मुकत मोहि तारे। समूह संगतां नूं सतगुरु नानक देव जी दे प्रकाश पुरब दीआं बेअंत बेअंत वधाइयां। ये सतगुरां दी बख्शिश जिधर असी महीनेवार जो दीवान गुरु ने साड़ी झोली च पाया ते नाल ही सतगुरां दा प्रकाश पुरब। लगातार निरंतर बख्शिशां हो रही हैं। ते अज फिर मौका मिलिया असी कुछ वचन कुछ शब्द जदों ये पुरब आंदा है ना तो अक्सर याद करने हैं और संगत पढ़ती है। कल तारन गुरु नानक आया। कल नूं समझना, एक तो कल जड़ा जिन्हें आना है ते एक कल ओए जड़ा बीत गया। दोनों नूं ही कल कहने हैं ना। ते हुण कुछ वचन याद करो सतगुरु सेवा राम साहिब जी दे। उन्हीं किस तरह समझाते सन, उन्हीं समझाते सन बच्चों, अगर तुसी अपना जड़ा कल बीत गया है तो जड़ा कल आना है उन्होंने संभालना है तो उहदे वास्ते तुहानू थोड़ी जी कालना करनी पेगी। वो की कहते सन कि किसी ने अज की फिक्र नहीं की। अज की फिक्र किसी ने नहीं की। अगर साढ़े कोलों ये जेड़ा अज है ये समझ जाए तो उही तुहाडा कल भी सवारेगा जड़ा बीत गया है। क्योंकि अज जड़ा कल है, अज है जड़ा, और जदों बह के कल विचार करोगे वो कहोगे जी वो कल सी। तो जदों नाल विचार करोगे कि जदों अज बैठे हाँ तो कल की गल करते सां तो वह भी कहोगे वो अज है। दोनों पासों सतगुरु जी कहते सन कि तुसी जिहड़ी भी गुरु के चरणों में जदों आंदे हो पहले अज नूं संभालना सीख लो, तुहानू जीण की जाच आ जाए। तो तुहानू अगर जीण की जाच आ गई तो फिर जीवन में कोई कमी नहीं रहनी। फिर वो गुरु नानक दे जदों शब्द तुहाडे कन्नां विच गूंजणगे ना, कल तारन गुरु नानक आया, तो फिर तुहानू इस सब शब्द का सही मतलब समझ आएगा। तो असी अज की फिक्र कोई नहीं कर रहे। अज की है, अज असी दौड़म दौड़ है, दौड़म दौड़ है, दौड़म दौड़ है। गुरु नानक दियां साखियां असी करने हैं। गुरु नानक दियां साखियां करने हैं असी, लेकिन उन्हां ते अमल करने या नहीं करने गल इत्थे आ जाती है। आप जी नूं ध्यान होवे पिछले जदों दिन गुरपुरब सी उस दिन एक गल सामने आई सी कि असी कह देने
ਉਸ ਦਿਨ ਵੀ ਜ਼ਿਕਰ ਕੀਤਾ ਸੀ, ਅੱਜ ਵੀ ਉਹਨਾਂ ਲਫ਼ਜ਼ਾਂ ਨੂੰ ਦੁਹਰਾ ਰਿਹਾ ਵਾਂ, ਕਿਉਂਕਿ ਅਸੀਂ ਇਸ ਚੀਜ਼ ਨੂੰ ਆਪਣੇ ਜੀਵਨ ਦਾ ਹਿੱਸਾ ਨਹੀਂ ਬਣਾਵਾਂਗੇ ਤੇ ਕਾਮਯਾਬੀ ਸਾਨੂੰ ਨਹੀਂ ਮਿਲਣੀ ਆਪਣੇ ਜੀਵਨ ਦੇ ਅੰਦਰ। ਕਾਮਯਾਬੀ, ਤੁਸੀਂ ਸੰਸਾਰਿਕ ਕੰਮਾਂ ਨੂੰ ਕਾਮਯਾਬੀ ਨਾ ਕਹਿਣਾ। ਜਿਹੜੇ ਗੁਰੂ ਦੀ ਰਾਹ ਜਿਹੜੀ ਦਿਖਾਈ ਹੈ ਗੁਰੂ ਨੇ, ਉਸ 'ਤੇ ਚੱਲਣਾ ਵੀ ਇੱਕ ਕਾਮਯਾਬੀ ਹੈ। ਅਗਰ ਉਸ 'ਤੇ ਵੀ ਅਸੀਂ ਚੱਲਾਂਗੇ ਤਾਂ ਕਾਮਯਾਬ ਹੋਵਾਂਗੇ ਅਤੇ ਕੁਛ ਪਾਵਾਂਗੇ। ਅਸੀਂ ਕਹਿ ਦਿੰਦੇ ਹਾਂ, ਗੁਰਪੁਰਬ ਆਉਂਦੇ ਸੀ ਨਾ ਹੁਣ, ਇਹ ਜਦੋਂ 300 ਸਾਲਾ ਸਤਿਗੁਰਾਂ ਦਾ ਪੁਰਬ ਆਇਆ, ਗੁਰਗੱਦੀ ਦਿਵਸ ਦਾ, ਪ੍ਰਕਾਸ਼ ਪੁਰਬ ਦਾ, ਅਤੇ ਤਾਂ ਸਾਰਿਆਂ ਨੇ ਇਹ ਗੱਲ ਕਹੀ ਕਿ 300 ਸਾਲ ਗੁਰੂ ਦੇ ਨਾਲ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਦੋਂ ਪ੍ਰਕਾਸ਼ ਪੁਰਬ ਸੀ, ਪਹਿਲਾ ਪ੍ਰਕਾਸ਼ ਹੋਇਆ ਸੀ, ਅਤੇ ਉਸ ਤੋਂ ਬਾਅਦ ਅਤੇ ਫਿਰ ਜਿਤਨੇ ਗੁਰਪੁਰਬ ਉਸ ਤੋਂ ਬਾਅਦ ਆਏ, ਅਤੇ ਇਹ ਸਾਰਿਆਂ ਨੇ ਕਹਿਣਾ ਸ਼ੁਰੂ ਅਸੀਂ ਕਰ ਦਿੱਤਾ, 400 ਸਾਲ ਗੁਰੂ ਦੇ ਨਾਲ, 500 ਸਾਲ ਗੁਰੂ ਦੇ ਨਾਲ। ਚੰਗੀ ਗੱਲ ਹੈ, ਇਹ ਨਹੀਂ ਕਹਿੰਦੇ, ਲੇਕਿਨ ਗੱਲ ਇਹ ਆ ਜਾਂਦੀ ਹੈ ਕਿ ਅਸੀਂ ਆਪਣੇ ਜੀਵਨ ਦੇ ਜਿਹੜੇ ਸਾਲ, ਜਿਤਨੀ ਪਰਮਾਤਮਾ ਨੇ ਸਾਨੂੰ ਆਯੂ ਦਿੱਤੀ, ਔਰ ਜਦੋਂ ਤੋਂ ਸਾਨੂੰ ਸਮਝ ਆਉਣੀ ਸ਼ੁਰੂ ਹੋਈ, ਜਦੋਂ ਤੋਂ ਗੱਲ ਆ ਜਾਂਦੀ ਹੈ ਸਾਨੂੰ ਸਮਝ ਆਉਣੀ ਸ਼ੁਰੂ ਹੋਈ, ਤਾਂ ਤੋਂ ਦੱਸੋ ਅਸੀਂ ਇਹ ਤਾਂ ਕਹਿੰਦੇ ਹਾਂ ਕਿ ਇਤਨੇ ਸਾਲ ਗੁਰੂ ਦੇ ਨਾਲ, ਅਸੀਂ ਸਿੱਖਿਆ ਕਿ ਇਤਨੇ ਸਾਲ ਨਾਲ ਰਹਿ ਕੇ ਉਸ ਮਾਲਕ ਦੇ ਕੁਝ ਸਿੱਖਿਆ ਜਾਂ ਨਹੀਂ ਸਿੱਖਿਆ, ਗੱਲ ਇੱਧਰ ਆ ਜਾਂਦੀ ਹੈ। ਅਗਰ ਸਿੱਖਿਆ ਤੇ ਫਿਰ ਸਾਡੀ ਚੱਲਤ ਵਿੱਚ ਫਰਕ ਕਿਉਂ ਹੈ? ਸਵੇਰੇ ਉੱਠ ਕੇ ਗੁਰਦੁਆਰੇ ਆ ਜਾਣੇ ਤੱਕ ਕੰਮ ਨਹੀਂ ਬਣਦਾ ਕਿ ਅਸੀਂ ਸਵੇਰੇ ਗੁਰਦੁਆਰਾ ਸਾਹਿਬ ਆ ਗਏ, ਮੱਥਾ ਟੇਕਿਆ, ਬੈਠੇ, ਕੀਰਤਨ ਸੁਣਿਆ, ਤੇ ਫਿਰ ਅਰਦਾਸੇ ਤੋਂ ਬਾਅਦ ਆਪਣੇ ਆਪਣੇ ਘਰਾਂ। ਅਗਰ ਗੁਰੂ ਦੇ ਚਰਨਾਂ 'ਚ ਅਸੀਂ ਆਨੇ ਹਾਂ, ਜਿਹੜੀ ਸਵੇਰੇ ਬਾਣੀ ਸਰਵਣ ਹੁੰਦੀ ਹੈ, ਜਦੋਂ ਤੱਕ ਉਹ ਸਾਡੇ ਅੰਦਰ ਜਾ ਕੇ ਨਹੀਂ ਵਸਦੀ, ਵਸਣੇ ਦਾ ਮਤਲਬ ਸਮਝਣਾ ਕਿ ਗੁਰੂ ਦੇ ਜਦੋਂ ਚਰਨਾਂ 'ਚ ਆਨੇ ਹਾਂ, ਕਿਉਂਕਿ ਅਸੀਂ, ਮੈਂ ਉਹਨਾਂ ਨੂੰ ਪਹਿਲੇ ਵੀ ਜ਼ਿਕਰ ਕੀਤਾ ਸੀ, ਕਈ ਕਹਿੰਦੇ ਨੇ ਜੀ ਕਿ ਪੰਜਾਬੀ ਦੇ ਲਫ਼ਜ਼ ਕੁਝ ਸਮਝ ਨਹੀਂ ਆਉਂਦੇ, ਅਤੇ ਦਾਸ ਨੇ ਤਾਂ ਇਹ ਅਰਜ਼ ਕੀਤੀ ਸੀ ਕਿ ਆਪ ਜੀ ਆਉਣਾ ਪਹਿਲੇ ਸਿੱਖੋ, ਜਦੋਂ ਬੈਠੋਗੇ ਐਸਤੇ ਤੁਹਾਨੂੰ ਬਹਿਣਾ ਸਿੱਖੋਗੇ, ਫਿਰ ਮਨ ਲਾਣਾ ਸਿੱਖੋਗੇ, ਉਸ ਤੋਂ ਬਾਅਦ ਤੁਹਾਡੇ ਅੰਦਰ ਜਾਣੀ ਸ਼ੁਰੂ ਹੋਏਗੀ, ਤੁਹਾਨੂੰ ਸੋਝੀ ਵੀ ਜਿਹੜੀ ਹੈ ਐਸਤੇ ਸਹਿਜੇ ਸਹਿਜੇ ਆਏਗੀ। ਸਕੂਲ ਵਿੱਚ ਬੱਚਾ ਪੜ੍ਹਨੇ ਜਾਂਦਾ ਹੈ, ਇੱਕ ਦਿਨ ਵਿੱਚ ਕਾਮਯਾਬ ਨਹੀਂ ਹੁੰਦਾ। ਗੁਰੂ ਦੇ ਚਰਨਾਂ ਵਿੱਚ ਨਿਰੰਤਰ, ਕਿਉਂਕਿ ਅਸੀਂ ਰੋਜ਼ ਆਸਾ ਦੀ ਵਾਰ ਸੁਣਨੇ ਹਾਂ ਅੰਮ੍ਰਿਤ ਵੇਲੇ, ਨਿਰੰਤਰ ਅਗਰ ਉਹਨਾਂ ਦੇ ਸ਼ਬਦਾਂ 'ਤੇ ਹੀ ਵਿਚਾਰ ਕਰ ਲਈਏ, ਜਿਹੜੇ ਪੜ੍ਹਦੇ ਨੇ, ਜਿਹੜੇ ਕਰਦੇ ਨੇ, ਤੇ ਉਹਨਾਂ ਦੇ ਉੱਤੇ ਹੀ ਵਿਚਾਰ, ਉਹਦੇ 'ਚ ਵੀ ਇੱਕ ਆਂਦੀ ਹੈ, ਆਪਣ ਹੱਥੀ ਆਪਣਾ ਆਪੇ ਹੀ ਕਾਜ ਸਵਾਰੀ। ਹੁਣ ਉਹ ਕੀ ਹੈਗਾ ਆਪਣ ਹੱਥੀ? ਮੈਂ ਪਹਿਲੀਆਂ ਤੁਕਾਂ ਛੋੜ ਦਿੱਤੀਆਂ ਨੇ ਕਿ ਜੋ ਆਇਆ ਸੋ ਚੱਲ ਸੀ, ਲੇਕਿਨ ਇਸ ਗੱਲ ਨੂੰ ਸਮਝੀਏ ਕਿ ਆਪਣ ਹੱਥੀ ਆਪਣਾ ਆਪੇ ਹੀ ਕਾਜ ਸਵਾਰੀਏ। ਇਹਦਾ ਮਤਲਬ ਇਹ ਹੈ ਕਿ ਆਪ ਪਰਮੇਸ਼ਰ ਦਾ ਨਾਮ ਜਪੋਗੇ ਤੇ ਆਪਣਾ ਕੰਮ ਤੁਹਾਡਾ ਤਾਂ ਹੀ ਬਣਨਾ ਹੈ। ਤੁਸੀਂ ਕਹੋ ਕਿ ਕੋਈ ਮੇਰੇ ਪਿੱਛੇ ਕੋਈ ਕੰਮ ਕਰ ਦੇਵੇ, ਕਹਿੰਦੇ ਨਾ ਭੁੱਖ ਲੱਗੀ ਹੋਏਗੀ ਤੇ ਇਨਸਾਨ ਆਪ ਖਾਏਗਾ ਤੇ ਆਪਣਾ ਪੇਟ ਭਰਿਆ ਜਾਏਗਾ। ਤੇ ਗੁਰੂ ਮਹਾਰਾਜ ਨੇ ਵੀ ਇਹੀ ਸਮਝਾਇਆ ਕਿ ਆਪਣ ਹੱਥੀ ਆਪਣਾ ਆਪੇ ਹੀ ਕਾਜ ਸਵਾਰੀਏ।
ਦੁਨੀਆ ਤੇ ਆਏ ਹੋ, ਸਾਰੇ ਕੰਮ ਤੁਸੀਂ ਆਪਣੇ 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 ਹੱਥਾਂ ਨਾਲ ਕਰਦੇ ਹੋ, ਇਹ ਤੇ ਸਮਝ ਆ ਗਈ। ਲੇਕਿਨ ਜਿਹੜਾ ਅਸਲੀ ਕੰਮ ਹੈ, ਹੁਣ ਪਹਿਲੀਆਂ ਤੁਕਾਂ ਬਾਅਦ ਵਿੱਚ ਲੈਣੇ ਆ कि जो आया सो चलसी, सबको आई वारी है, जिसके जी प्राण है क्यों साहिब मनो विसारी है। फिर उस तो बाद आंदी है दुख, आपन हथी अपना आपे ही काज सवारी है। हुण ये गल कि जेड़ा आया है संसार ते उन्हें जाना है, ते काम किहड़े पूरे करने ने, ਕੰਮ ਕਿਹੜੇ ਪੂਰੇ ਕਰਨੇ ਨੇ। ਗੱਲ ਉਸ 'ਤੇ ਆ ਜਾਂਦੀ ਹੈ ਜੋ ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਸਮਝਾਇਆ, ਇਹ ਕਰਮ ਕਾਂਡਾਂ ਵਿੱਚੋਂ ਕੱਢਿਆ। ਇਤਨੀ ਸਰਲ ਸਾਨੂੰ ਉਹਨਾਂ ਨੇ ਸਮਝਾਉਣੀ ਦਿੱਤੀ ਕਿ ਇਸ ਤੋਂ ਸਰਲ ਸਮਝਾਉਣੀ ਕੋਈ ਦੁਨੀਆ 'ਤੇ ਹੋ ਨਹੀਂ ਸਕਦੀ, ਕੋਈ ਦੂਸਰੀ ਮਿਸਾਲ ਨਹੀਂ। ਕਿ ਜਦੋਂ ਦੁਨੀਆ ਭਰਮਾਂ ਵਿੱਚ ਜੀ ਰਹੀ ਸੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਵਕਤ 'ਤੇ, ਤੇ ਕਿਤਨੇ ਸਹਿਜ ਕੋਤਕ ਤੇ ਦੱਸਿਆ ਸੀ ਕਿ 5 ਸਾਲ ਦੀ ਉਮਰ ਤੋਂ ਗੁਰੂ ਨਾਨਕ ਪਾਤਸ਼ਾਹ ਜਦੋਂ ਛੋਟੀ ਉਮਰ ਦੇ ਸਨ, ਜਦੋਂ ਜਨੇਊ ਧਾਰਨ ਕਰਾਇਆ ਗਿਆ ਤੇ ਪੜ੍ਹਨੇ ਨੂੰ ਗਿਆਨ ਦੇ ਦਿੱਤਾ ਸਤਿਗੁਰਾਂ ਨੇ। ਸਕੂਲ ਗਏ ਤੇ ਪੜ੍ਹਾਉਣ ਵਾਲਿਆਂ ਨੂੰ ਗਿਆਨ ਦੇ ਦਿੱਤਾ, ਤੇ ਵੱਡੇ ਹੋਏ। ਮਾਤਾ ਪਿਤਾ ਨੇ ਜਦੋਂ ਜ਼ਿੰਮੇਵਾਰੀ ਸਮਝੀ ਤੇ ਫਿਰ ਜਿਨ੍ਹਾਂ ਜਿਨ੍ਹਾਂ ਦੇ ਭਾਗਾਂ ਅੰਦਰ ਸੀ ਉਸ ਗੁਰੂ ਨਾਨਕ ਦੇ ਦਰਸ਼ਨ, ਜਿਹੜਾ ਜਿਹੜਾ ਉਸ ਗੁਰੂ ਨਾਨਕ ਨੂੰ ਸਮਝ ਪਾਇਆ ਆਪਣੇ ਵਕਤ 'ਤੇ। ਕਿਉਂਕਿ ਅੱਜ ਤੱਕ ਇਤਿਹਾਸ ਵਿੱਚ ਇਹ ਆਉਂਦਾ ਹੈ ਕਿ ਸਭ ਤੋਂ ਪਹਿਲੇ ਜੋ ਸਮਝਣੇ ਵਾਲੇ ਸਨ ਉਹ ਦੋ ਹੀ ਸਨ, ਇੱਕ ਭੈਣ ਨਾਨਕੀ ਤੇ ਦੂਜਾ ਰਾਏ ਬੁਲਾਰ। ਬਾਕੀ ਕਿਸੇ ਨੂੰ ਨਹੀਂ ਸਮਝ ਆਇਆ ਕਿ ਇਹ ਨਾਨਕ ਕੌਣ ਹੈ। ਭਾਵੇਂ ਬਤਰਾ ਜੀ ਹੁਣੀ ਜ਼ਿਕਰ ਕਰ ਰਹੇ ਸਨ ਕਿ ਦਾਈ ਕਹਿ ਗਈ ਨਾਨਕੀ ਦੇ ਘਰ ਨਾਨਕ ਆਇਆ। ਪੁੱਛਿਆ ਨਾ ਕੌਣ ਆਇਆ, तो मन की इच्छा सी कि बई इनाम जो मैं देंगा अगर मेरे घर होंदा। अज भी किसी के घर खुशी आती है तो वह कहता जी अगर लड़का आवे तो जरा परिवार खुशी ज़्यादा होंदी है। वो कहते जी मैं चलो भी मेरे दिल करता मैं कुछ बार देवां संसारिक तौर पर। तो उन्होंने मन च भी एक संसारिक इच्छा सी, पिता दे मन च भी अगर मेरे घर लाल आया तो मैं भी कुछ वारांगा। लेकिन उन्होंने ये थोड़ी पता सी कि मेरे घर आप जड़ा मालक आया उन्हें दुनिया ते वारना है सब कुछ। अज असी बैठ रहे हैं, खा रहे हैं, पा रहे हैं, किदा दिता? बाबे नानक दा। वो जो अज साढ़े कोल है किदा है? असी कहने साडा, लेकिन अपने मन ते अपने दिल ते हथ रख के कहो कि सवेरे उठ के अरदास किस अगे कर दो, मंगदे किदे कोलों हो, तो देण वाला तुहानू कौन है? वो बाबा नानक ही है ना जिहड़ा तुहाड़ियां झोलियां भरदा पिया। तो वो नानक तुहाड़ियां झोलियां भरदा तो तुसी किस तरह कह सकते हो कि मैं मालक हाँ? वो फिर जेड़े लंगर लगे, वो जेड़ा मोदी खाना चलिया ना, तो अज तक लंगर रुके गुरु घर विच, तो वो जेड़ी वंडने की दात ला गया तो ना वो अज तक रुकी। ये बख्शिशां किधरों आईयां कि ये गुरु ने मत ही जड़ी झोली च पाई ना, ਜਿਹੜੇ ਗੁਰੂ ਨਾਨਕ ਦੇ ਪਿਆਰੇ ਸਨ ਉਹਨਾਂ ਦੇ ਝੋਲੀ 'ਚ ਪਈ ਇਹ ਸਾਰੀ ਮੱਤ। ਜਿਹਨੇ ਗੁਰੂ ਨਾਨਕ ਨੂੰ ਆਪਣਾ ਸਮਝਿਆ, ਜਿਹਨੇ ਸਮਝ ਲਿੱਤਾ ਕਿ ਇਹ ਸਾਖਸ਼ਾਤ ਸ੍ਰਿਸ਼ਟੀ ਦਾ ਮਾਲਕ
ਸਾਡੇ ਵਿੱਚ ਆਇਆ ਹੈ। ਤੇ ਭੁੱਲ ਅਸੀਂ ਅੱਜ ਵੀ ਇਹ ਨਾ ਕਰੀਏ। ਇੱਕ ਗੱਲ ਕੀਤੀ ਸੀ ਆਪ ਜੀ ਨਾਲ ਕਿ ਅਸੀਂ ਕਹਿ ਦਿੰਦੇ ਹਾਂ ਕਿ ਜਿਹੜਾ ਸਾਡੇ ਕੋਲ ਨਹੀਂ ਉਹ ਭਗਵਾਨ ਹੈ। ਭਗਵਾਨ ਨਾ ਬਣਾਈਏ ਆਪਣੇ ਮਾਲਕ ਨੂੰ, ਆਪਣੇ ਗੁਰੂ ਨੂੰ ਭਗਵਾਨ ਨਾ ਬਣਾਈਏ। ਬਾਣੀ ਨੇ ਲਿਖਿਆ ਹੈ, ਬਾਣੀ ਵਿੱਚ ਲਿਖਿਆ ਹੈ, ਕਿਉਂਕਿ ਉਹ ਗੱਲ ਨਿਕਲੀ ਬਾਣੀ 'ਚ ਲਿਖਿਆ ਹੈ ਕਿ ਗੁਰੂ ਨੂੰ ਅਸੀਂ ਕੀ ਕਹਿੰਦੇ ਹਾਂ, ਸ਼ਬਦ ਪੜ੍ਹਨੇ ਆ। ਸਕੂਲ ਵਿੱਚ ਪੜ੍ਹਦੇ ਸਾਂ ਤੇ ਭਜਨ ਸਿਖਾਏ ਗਏ ਸਨ, ਪ੍ਰਾਰਥਨਾ ਸੀ ਸਾਡੀ, ਸਕੂਲ ਵਿੱਚ ਸਾਡੀ ਪ੍ਰਾਰਥਨਾ ਸੀ, ਮੰਦਰਾਂ 'ਚ ਭਜਨ ਸਿਖਾਏ ਗਏ, ਗੁਰੂ ਗ੍ਰੰਥ ਸਾਹਿਬ ਵਿੱਚ ਬਾਣੀ 'ਚ ਆਇਆ, ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਕ ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ ਸਭਨੀ ਥਾਈ। ਮਤਲਬ ਹੁਣ ਦੱਸੋ ਕਿ ਸਾਡਾ ਤੇ ਉਹਦੇ ਨਾਲ ਸੰਬੰਧ ਇਹੋ ਜਿਹਾ ਹੋਣਾ ਚਾਹੀਦਾ ਹੈ ਕਿ ਮਾਤਾ ਤੇ ਪਿਤਾ ਵਾਲਾ, ਭੈਣ ਤੇ ਭਰਾ ਵਾਲਾ, ਤੇ ਯਾਰੀ ਦੋਸਤੀ ਵਾਲਾ, ਸਖਾ ਤੇ ਬੰਧੂ ਵਾਲਾ। ਇਹਨਾਂ ਰਿਸ਼ਤਿਆਂ ਵਿੱਚ ਕੋਈ ਫਾਰਮੈਲਿਟੀ ਨਹੀਂ ਹੈਗੀ। ਜੇ ਵੇਖ ਲਓ ਮਾਂ ਤੇ ਪਿਓ ਵਿੱਚ ਅਗਰ ਬੱਚਿਆਂ ਨਾਲ ਕੁਝ ਕਰਦੇ ਨੇ ਤੇ ਉਨੀ ਆਪਣਾ ਫਰਜ਼ ਸਮਝ ਕੇ ਕਰਦੇ ਨੇ, ਤੇ ਬੱਚਿਆਂ ਨੂੰ ਅਗਰ ਕੁਝ ਕਰਨਾ ਪੈਂਦਾ ਤੇ ਉਹ ਵੀ ਆਪਣਾ ਫਰਜ਼ ਸਮਝ ਕੇ ਕਰਦੇ ਨੇ, ਫਾਰਮੈਲਿਟੀ ਨਹੀਂ। ਜਿੱਥੇ ਮਿੱਤਰ ਹੋਏਗਾ ਉੱਥੇ ਵੀ ਜਾਓਗੇ, ਉੱਥੇ ਵੀ ਤੁਹਾਡੀ ਕੋਈ ਫਾਰਮੈਲਿਟੀ ਨਹੀਂ ਹੋਏਗੀ। ਯਾਰੀ ਦੋਸਤੀ 'ਚ ਹੱਕ ਨਾਲ ਤੁਸੀਂ ਕਹਿੰਦੇ ਨਾ, ਤੂੰ ਮੇਰਾ ਯਾਰ ਹੈ, ਤੂੰ ਮੇਰਾ ਦੋਸਤ ਹੈ, ਤੂੰ ਮੇਰਾ ਮਿੱਤਰ ਹੈ, ਇੱਥੇ ਤੇ ਮੇਰਾ ਹੱਕ ਬਣਦਾ ਹੈ। ਹੱਕ ਨਾਲ। ਬਾਕੀ ਕਹਿੰਦੇ ਨਾ ਚਾਚੇ ਤਾਊ ਮਾਮੇ, ਇਹ ਸਾਰੇ ਇੱਕ ਦੂਸਰੇ ਦਾ ਮੂੰਹ ਵੇਖਦੇ ਨੇ। ਤੇ ਪਿਓ ਨੇ ਮੇਰੇ ਪੁੱਤਰ ਨਾਲ ਕੁਝ ਕੀਤਾ ਸੀ ਨਹੀਂ ਕੀਤਾ ਸੀ, ਇਹਨੇ ਮੈਨੂੰ ਦਿੱਤਾ ਸੀ ਨਹੀਂ ਦਿੱਤਾ ਸੀ, ਮੇਰਾ ਬੱਚਾ ਗਿਆ ਸੀ, ਇਹ ਬਾਕੀ ਦੇ ਕੰਮ ਸਾਰੇ ਫਾਰਮੈਲਿਟੀਆਂ ਵਾਲੇ। ਇੱਕ ਰਿਸ਼ਤਾ ਜਿਹੜਾ ਸਕਿਆ ਹੁੰਦਾ ਹੈ ਉਹਦੇ 'ਚ ਫਾਰਮੈਲਿਟੀ ਨਹੀਂ ਹੁੰਦੀ। ਉਹਦੇ ਵਿੱਚ ਜਿਹੜੀ ਗੱਲ ਹੁਣੀ ਬੱਚਾ ਕਰ ਰਿਹਾ ਸੀ ਨਾ ਕਿ ਪ੍ਰੇਮ, ਅਗਰ ਪ੍ਰੇਮ ਦੀ ਡੈਫੀਨੇਸ਼ਨ ਪਤਾ ਚੱਲ ਜਾਵੇ। ਅਸੀਂ ਗੁਰਪੁਰਬ ਮਨਾਉਂਦੇ ਹਾਂ ਤੇ ਜਿਤਨੇ ਰਾਗੀ ਸਿੰਘ ਆਉਂਦੇ ਨੇ ਇਹੀ ਸੁਣਨ ਨੂੰ ਮਿਲਦਾ ਹੈ ਕਿ ਤੁਸੀਂ, ਤੁਹਾਡਾ ਸਮਰਪਣ ਕਿਤਨਾ ਹੈ ਆਪਣੇ ਮਾਲਕ ਦੇ ਪ੍ਰਤੀ, ਤੁਹਾਡਾ ਸਮਰਪਣ ਕਿਤਨਾ ਹੈ। ਅਗਰ ਤੁਸੀਂ ਆਪਣੇ ਮਾਲਕ ਨਾਲ ਪਿਆਰ ਕਰਦੇ ਹੋ, ਤੁਹਾਡਾ ਭਰੋਸਾ ਕਿਤਨਾ ਹੈ ਉਸ ਵਾਸਤੇ। ਅਗਰ ਤੁਹਾਡਾ ਭਰੋਸਾ ਹੈਗਾ, ਅਸੀਂ ਅਗਰ ਕਿੰਤੂ ਪਰੰਤੂ ਇਹ 'ਚ ਪਏ ਹਾਂ ਤੇ ਇਹਦਾ ਮਤਲਬ ਕਿ ਅਸੀਂ ਕਦੇ ਭਰੋਸਾ ਕੀਤਾ ਹੀ ਨਹੀਂ। ਅਗਰ ਭਰੋਸਾ ਕਰਕੇ ਜਾਂਦੇ ਹਾਂ ਤੇ ਫਿਰ ਸਮਝੋ ਕੰਮ ਬਣ ਗਿਆ। ਤੇ ਕਿੰਤੂ ਪਰੰਤੂ ਵਾਲਿਆਂ ਦੇ ਕੰਮ ਕਦੇ ਨਹੀਂ ਬਣਦੇ। ਸਤਿਗੁਰਾਂ ਦੀ ਗੋਦ 'ਚ ਆਏ ਹਾਂ, ਦਿਨ ਮਨਾਲੇ ਹਾਂ। ਮੇਨ ਅਗਰ ਅਸੀਂ ਇਹ ਕਹਿੰਦੇ ਹਾਂ ਕਿ 553 ਸਾਲ ਗੁਰੂ ਦੇ ਨਾਲ, ਭਲੇ ਸਾਡੇ ਵੱਡੇ ਬਜ਼ੁਰਗਾਂ ਨੇ ਵੀ ਪਿਆਰ ਕੀਤਾ ਹੋਏਗਾ, ਲੇਕਿਨ ਜਿਤਨਾ ਜੀਵਨ ਉਹਨਾਂ ਨੂੰ ਦਿੱਤਾ ਹੈ ਉਤਨੇ ਸਾਲ ਵੀ ਅਸੀਂ ਕਹਿ ਦਈਏ ਅਸੀਂ ਗੁਰੂ ਦੇ ਨਾਲ ਹਾਂ। ਜਦੋਂ ਤੋਂ ਸਮਝ ਆਉਣੀ ਸ਼ੁਰੂ ਹੋ ਗਈ, ਹੁਣ ਉਸ ਗੱਲ ਨੂੰ ਵੀ ਨਾ ਗਿਣੋ ਕਿ ਤੁਹਾਡੀ ਉਮਰ ਕਿਤਨੀ, ਤੁਹਾਡੀ ਉਮਰ 30 ਸਾਲ 40 ਸਾਲ 50 ਸਾਲ 60 ਸਾਲ 70 ਸਾਲ ਜਾਂ ਹੋਰ ਜ਼ਿਆਦਾ। ਅਗਰ ਤੁਸੀਂ ਕਹੋ ਮੈਨੂੰ ਤਾਂ ਸਮਝ ਹੀ ਅੱਜ ਆਇਆ, ਜਾਂ ਮੈਨੂੰ 2 ਸਾਲ ਪਹਿਲੇ ਸਮਝ ਆਇਆ, ਜਾਂ ਮੈਨੂੰ ਪਿਛਲੇ ਪ੍ਰੋਗਰਾਮ ਵਿੱਚ ਆਇਆ, ਤੇ ਉਸ ਮਾਲਕ ਦਾ ਸ਼ੁਕਰਾਨਾ ਕਰੋ ਕਿ ਸੱਚੇ ਪਾਤਸ਼ਾਹ ਅੱਜ ਤੱਕ ਨਹੀਂ ਸਮਝਿਆ ਸੀ, ਅੱਜ ਤੇਰੇ ਸੰਗਤ ਵਿੱਚ ਬਹਿ ਕੇ ਮੈਨੂੰ ਸਮਝਣਾ ਆ ਗਿਆ ਕਿ ਤੇਰੇ ਨਾਲ ਸਾਂਝ ਕਿੰਝ ਬਣਾਉਣੀ ਹੈ, ਤੇਰੇ ਨਾਲ ਪਿਆਰ। ਤੇ ਫਿਰ ਸਮਝ ਲਓ ਕਿ ਫਿਰ ਇਹ ਕਹਿਣ ਦੀ ਲੋੜ ਨਹੀਂ ਪਏਗੀ, ਫਿਰ ਤੇ ਇਹ ਕਹਿਣਾ ਪਏਗਾ ਕਿ ਗੁਰੂ ਮੇਰੇ ਸੰਗ ਸਦਾ ਹੈ ਨਾਲੇ। ਤੇ ਗੁਰੂ ਸਾਡੇ ਸਦਾ ਅੰਗ ਸੰਗ ਹੈ।
फिर ये भी नहीं कहना कि कौन पुराना है तो कौन नवा है। माँ वास्ते बच्चा जमदा है, ये तो नहीं कि जड़ा अज जम्या उस तो पहले जमे छड़ देंदी है माँ। ध्यान तो उन्होंने सारियां दा करना पैंदा, रोटी तो सारियां नूं देनी पैंदी है। ये ना सोचो कि अज जुड़े हाँ तो अज जुड़े हाँ तो अज भी मिलेगी। गुरु कोलों ये बख्शिशां लैण आया, गुरु के चरणों विच आया, सच्चे पातशाह कोलों यही बख्शिशां यही बरकतां लैके जाइए। सच्चे पातशाह साड़ी झोली च पाओ, जो आपने नाम जपण बाणी पढ़न दी राह जो सतगुरां ने सानू दसी कि ये धन श्री गुरु ग्रंथ साहिब जी दस इको ही कहता है कि ये जिहड़ी बाणी है इनू ज्यों ज्यों पढ़ोगे त्यों त्यों तुहाडी गत होएगी, क्योंकि ये अंदर जाएगी ना, ये तुहाडा अंदर साफ करेगी। अंदर साफ अंदरों जदों मैल निकलनी शुरू हो जाएगी ना तो कहते हैं ये सोच भी चंगी हो जाएगी। इधरों जड़ा सोचना जदों चंगा हो जाएगा तो तुहानू वेखना भी चंगा हो जाएगा, तुसी वेखना भी चंगा शुरू कर दोगे। जदों वेखना चंगा शुरू कर दोगे तो तुहाडी जबान भी चंगी हो जाएगी, तो तुसी हर पासों महसूस करोगे कि मैं गुरु चरणों में आया, मेरा तो नज़रिया ही बदल गया है। पहले मेरी संगत की होंदी सी, मेरी बोली की होंदी सी, मेरा सोचना की होंदा सी, अज गुरु के चरणों में मैं आया, मेरे विचार ही बदल गए ने। मेरी गुरु ने मत ही उच्ची कर दी है। तो गुरु कल इत्थे गुरु चरणों में आया तो यही बख्शिशां लैण आया। सच्चे पातशाह किरपा करो, जीवन विच बतेरियां गलतियां होईयां होणगियां, अनजान बच्चे समझ के अपना बख्श दिओ। तो आप दे चरणों में आया तो खुशियां का मौका है, आप दे पुरब मना रहे हैं। सच्चे पातशाह आप दे पुरब विच हाज़र हुए हैं, आप तो यही बख्शिश कहते ना, साधारण किसी दे घर जदों जांदा है गुरु कोलों, आम किसी को जांदा है बर्थडे होंदा है तो कहता पातशाह मतलब इंसान कोलों की कहता है कि रिटर्न गिफ्ट की मिलेगा। असी उस मालक दे बच्चे हैं ना, तो साड़ी रिटर्न गिफ्ट यही है कि साढ़े ओगण बख्श दिओ तो अपने चरण दे दिओ सानू। जे साड़ी समझ चंगी हो जाए, साड़ी सोच चंगी हो जाए, साड़ा मतलब कि साढ़े विचार चंगे हो जाए। अज ये बख्शिश सतगुरां कोलों लैके जानी है, ये साड़ी रिटर्न गिफ्ट है कि असी सोच बदली है अपनी। तो फिर जड़ी राह सच्चे पातशाह ने दसी, किरत करो, नाम जपो, वंड छको, तो फिर नाल ये तो तीन असी कह देने, उस तो उचियां फिर तीन रहनियां जड़ियाँ गुरु नानक पातशाह दियां ही दित्तियां हुई ने कि पर अन तो बचिए, पर तन तो बचिए, फिर तीसरी पर तन तो बचिए, पराए तन तो भी असी बच के रहीए। तो फिर उस तो बाद साखियां पढ़ने तो भूमिया वालियां फिर तीन अगों होर। भूमिया ने कह दिता सी ना कि सच्चे पातशाह मेरी कमाई चंगी नहीं, मैं तो उन्हें झूठ नहीं बोलिया सच्चे, लेकिन जुगत सच्चे पातशाह ने खाली उन्होंने भी नहीं टोरिया, जुगत उन्होंने भी देती कि सदा सच बोली, झूठ ना बोली, जिदा नमक खाई नमक हलाली ना करी, मतलब नमक हरामी ना करी, नमक हरामी ना करी, जिदा नमक खाई नमक हरामी ना करी। नमक की कीमत चुकानी है तो किसी गरीब ते अत्याचार ना होवे। तो ये चीज़ां तीन गुरु नानक ने दित्तियां सानू भी। अज देखो सिक्खी का नाँ क्यों उच्चा है, साखियां विच ही आंदा है कि किसी जमाने अंदर जदों अंग्रेज़ों का जमाना सी, कोई सिख जाके गवाही दे देवे तो सिख की गवाही नूं इतनी वड्डी इंपॉर्टेंस देंदे सन। कहंदे सिख कदे झूठ नहीं बोलता,
ਸਿੱਖ ਕਦੇ ਝੂਠ ਨਹੀਂ ਬੋਲਦਾ। ਇਸ ਕਰਕੇ ਉਸ ਦੀ ਗਵਾਹੀ ਨੂੰ ਜੱਜ ਵੀ ਮੰਨਦੇ ਸਨ, ਕਹਿੰਦੇ ਨੇ ਇਹਦੀ ਗਵਾਹੀ ਨੂੰ ਮੰਨ ਲਿੱਤਾ ਜਾਵੇ, ਇਹ ਸੱਚਾ ਇਨਸਾਨ ਹੈ। ਤੇ ਗੁਰੂ ਮਹਾਰਾਜ ਨੇ ਜਦ ਸਾਨੂੰ ਇਤਨੀਆਂ ਬਖਸ਼ਿਸ਼ਾਂ, ਇਤਨੇ ਉੱਚੇ ਅਹੁਦੇ ਦਿੱਤੇ, ਅਸੀਂ ਗੁਰੂ ਦੇ ਸਿੱਖ ਹੋ ਕੇ ਤੇ ਫਿਰ ਉਹਨਾਂ ਚੀਜ਼ਾਂ ਨੂੰ ਭੁਲਾ ਦਈਏ ਤੇ ਫਿਰ ਉਹ ਜਿਹੜੀ ਹੈ ਨਾ ਗੱਲ ਇੱਥੇ ਤੱਕ ਨਹੀਂ ਰਹਿੰਦੀ, ਗੱਲ ਉੱਥੇ ਤੱਕ ਪਹੁੰਚ ਜਾਂਦੀ ਹੈ ਤੇ ਉੱਥੇ ਤੱਕ ਇਹ ਚੀਜ਼ ਨਹੀਂ ਪਹੁੰਚਾਣੀ। ਫਿਰ ਉਹਦੀ ਗੁਨਹਗਾਰੀ ਸਾਡੇ 'ਤੇ ਹੀ ਆਏਗੀ ਅਗਰ ਅਸੀਂ ਉੱਥੇ ਤੱਕ ਸਾਡੇ ਕਰਕੇ ਪਹੁੰਚੇਗੀ। ਤੇ ਗੁਰੂ ਕੋਲੋਂ ਇਹੀ ਬਖਸ਼ਿਸ਼ਾਂ ਮੰਗੀਏ। ਅੱਜ ਦਾ ਇਹ ਦਿਨ ਸਾਡੀ ਝੋਲੀ ਸਤਿਗੁਰਾਂ ਨੇ ਪਾਇਆ। ਸਮੂਹ ਸੰਗਤਾਂ ਨੂੰ ਅੱਜ ਦੇ ਦਿਨ ਦੀਆਂ ਬਹੁਤ ਬਹੁਤ ਵਧਾਈਆਂ, ਬੇਅੰਤ ਬੇਅੰਤ ਵਧਾਈਆਂ। ਨਾਲ ਹੀ ਬਤਰਾ ਜੀ ਦੱਸ ਰਹੇ ਸਨ ਕਿ ਅਗਲੇ ਪ੍ਰੋਗਰਾਮ 29 ਤਰੀਕ ਤੋਂ ਸਾਡੇ ਨਿਤਨੇਮ ਸ਼ੁਰੂ ਹੋ ਜਾਣੇ ਨੇ, ਜਿਨ੍ਹਾਂ ਦੀ ਸਮਾਪਤੀ 7 ਜਨਵਰੀ ਨੂੰ ਆਪਣੇ ਆਪਣੇ ਡੇਰਿਆਂ ਤੇ 8 ਜਨਵਰੀ ਨੂੰ ਰਾਘਵ ਰਜੈਂਸੀ 'ਚ ਵੱਡਾ ਪ੍ਰੋਗਰਾਮ ਜਿਸ ਤਰ੍ਹਾਂ ਹਰ ਸਾਲ ਰੱਖਦੇ ਆ ਰੱਖਾਂਗੇ। ਟਾਈਮ ਲਗਭਗ ਉਹੀ ਹੋਣਗੇ, ਲੇਕਿਨ ਵਿਚਕਾਰ ਇੱਕ ਮਹੀਨਾ ਜਿਹੜਾ ਦਸੰਬਰ ਦਾ ਹੈ ਉਹ ਆਏਗਾ। ਉਹਦੇ ਵਾਸਤੇ ਵਿਚਾਰ ਕਰ ਲਿੱਤਾ ਜਾਏਗਾ, ਕਿਉਂਕਿ ਇੱਕ ਹਫ਼ਤਾ ਸਾਰੇ ਸਹਿਯੋਗ ਕਰਨਾ। ਵੈਸੇ ਤਾਂ ਪ੍ਰੋਗਰਾਮ ਹਰ ਹਫ਼ਤੇ ਚੱਲਣਗੇ, ਹਰ ਹਫ਼ਤੇ ਕੋਈ ਟਾਈਮ ਨਿਯਤ ਕਰਾਂਗੇ, ਕਿਉਂਕਿ ਮੌਸਮ ਠੰਡ ਦਾ ਹੋ ਜਾਂਦਾ ਹੈ, ਧੁੰਦ ਵੀ ਹੁੰਦੀ ਹੈ, ਰਾਤੀ ਦੇਰ ਨਾਲ ਜਾਣਾ ਆਉਣਾ, ਤੇ ਸਵੇਰ ਦਾ ਨਿਯਮ ਵੀ ਖਰਾਬ ਨਹੀਂ ਕਰਨਾ। ਤੇ ਇਸ ਕਰਕੇ ਯਤਨ ਤਾਂ ਇਹੀ ਹੋਏਗਾ ਕਿ ਅਸੀਂ ਦੁਪਹਿਰ ਦਾ ਪ੍ਰੋਗਰਾਮ ਰੱਖੀਏ, ਜੇ ਸੰਗਤਾਂ 1-2 ਘੰਟੇ ਆਰਾਮ ਵੀ ਕਰ ਲਵਣ। ਦੁਪਹਿਰੀ 1 ਵਜੇ ਨਾਲ ਲਗਭਗ ਪ੍ਰੋਗਰਾਮ ਰੱਖਾਂਗੇ। ਅਗਰ ਫਿਰ ਵੀ ਕੋਈ ਸੁਝਾਅ ਹੋਏ ਵਿਚਕਾਰ ਆਪ ਜੀ ਭੇਜ ਸਕਦੇ ਹੋ, ਦੱਸ ਸਕਦੇ ਹੋ, ਉਸ ਮੁਤਾਬਕ ਕੀਤੇ ਜਾਣ, ਤਾਂ ਕਿ ਪ੍ਰੋਗਰਾਮ ਵਿੱਚ ਅਸੀਂ ਕਹਿੰਦੇ ਹਾਂ ਕਿ ਜਿਹੜਾ ਇਹ ਨਿਤਨੇਮ ਦਾ ਜਿਹੜਾ ਇਹ ਪ੍ਰੋਗਰਾਮ ਬਣਿਆ ਹੈ, ਅਗਲੇ ਦਿਨ ਸਵੇਰੇ ਕਿਸੇ ਸੰਗਤ ਨੂੰ ਤਕਲੀਫ ਪਰੇਸ਼ਾਨੀ ਨਾ ਹੋਵੇ। ਇਹ ਨਾ ਕਹਣ ਕਿ ਅਸੀਂ ਟਾਈਮ ਸਿਰ ਨਹੀਂ ਪੁੱਜ ਪਾਏ ਤੇ ਸਾਡੇ ਕੋਲੋਂ ਇਹ ਜਿਹੜਾ ਅਸੀਂ ਚਲੀਆ ਚੱਲ ਰਿਹਾ ਸੀ ਉਹ ਰਹਿ ਗਿਆ, ਜਾਂ ਪਹਿਲੇ ਦਿਨ ਅਸੀਂ ਇੱਥੇ ਨਹੀਂ ਪਹੁੰਚ ਪਾਏ। ਤੇ ਉਹ ਵਿਚਕਾਰ ਦਾ ਕੋਈ ਟਾਈਮ ਦੁਪਹਿਰ ਦਾ ਰੱਖਾਂਗੇ, ਤੇ ਉਹ ਟਾਈਮ ਵੀ ਬਿਲਕੁਲ ਇਸ ਤਰ੍ਹਾਂ ਸੈੱਟ ਰੱਖਾਂਗੇ, ਉਹਨੂੰ ਅੱਗੇ ਨਹੀਂ ਕਰਾਂਗੇ, ਤਾਂ ਕਿ ਸੰਗਤਾਂ ਆਪਣੇ ਆਪਣੇ ਘਰਾਂ ਨੂੰ ਵਕਤ ਸਿਰ ਪਹੁੰਚ ਜਾਣ। ਤੇ ਇਹ ਪ੍ਰੋਗਰਾਮ ਤੇ ਅੱਗੋਂ ਹਲੇ ਤੇ ਨਹੀਂ, ਲੇਕਿਨ ਹੋਰ 1 ਹਫ਼ਤੇ ਬਾਅਦ ਦਿੱਲੀ ਵਾਸਤੇ ਵੀ ਅਨਾਊਂਸ ਕਰ ਦਿਆਂਗੇ। ਮੌਸਮ ਠੰਡ ਦਾ ਹੋ ਰਿਹਾ ਹੈ, ਦੁਪਹਿਰ ਦੇ ਜਿਸ ਤਰ੍ਹਾਂ ਪ੍ਰੋਗਰਾਮ ਅਗਰ ਸੰਗਤ ਕਹੇਗੀ ਤੇ 27 ਤਰੀਕ ਤੋਂ ਬਾਅਦ ਰੱਖ ਦਿਆਂਗੇ। ਤੇ ਜਿਸ ਤਰ੍ਹਾਂ ਅਗਰ ਕੋਈ ਵਿਚਾਰ ਬਣੇਗਾ ਉਹਦੀ ਵੀ ਇਤਲਾ ਆਪ ਜੀ ਨੂੰ। ਇਸ ਆਉਣ ਵਾਲੇ ਹਫ਼ਤੇ ਦਾ ਜਿਹੜਾ ਪ੍ਰੋਗਰਾਮ ਹੈ, ਇੱਕ ਤਾਂ ਕੱਲ੍ਹ ਹੈ, ਇੱਕ ਹੋਰ ਆਏਗਾ। ਇਹਨਾਂ ਹਲੇ ਤੇ ਮੌਸਮ ਕਾਫੀ ਸਾਥ ਦੇ ਰਿਹਾ ਹੈ। ਇਹ ਪ੍ਰੋਗਰਾਮ ਤੇ ਦਿਨ ਦੇ ਹੀ ਰੱਖਾਂਗੇ। ਉਸ ਤੋਂ ਬਾਅਦ 1 ਹਫ਼ਤਾ ਜਿਹੜਾ ਹੋਏਗਾ ਉਹ ਵੇਖ ਲਾਂਗੇ ਮੌਸਮ ਨੂੰ ਕੀ ਤਬਦੀਲੀ ਆਉਂਦੀ ਹੈ, ਦੁਪਹਿਰ ਦਾ ਹੋਏਗਾ ਜਾਂ ਸਵੇਰ ਦਾ, ਉਹ ਆਪ ਜੀ ਨੂੰ ਪ੍ਰੋਗਰਾਮਾਂ ਜਿਸ ਤਰ੍ਹਾਂ ਸਾਹਮਣੇ ਆਉਂਦੀ ਹੈ ਗੱਲ, ਆਪ ਜੀ ਨੂੰ ਸਾਰਿਆਂ ਨੂੰ ਸੂਚਿਤ ਕਰ ਦਿੱਤਾ ਜਾਏਗਾ। ਹੋਰ ਕੋਈ ਵਿਚਕਾਰ ਕੋਈ ਗੱਲ ਆਉਂਦੀ ਹੈ ਤੇ ਉਹਦੀ ਵੀ ਇਤਲਾਹ ਸਾਰੀ ਸੰਗਤ ਨੂੰ ਦਿੱਤੀ ਜਾਏਗੀ। ਇਤਨੀ ਹਾਜ਼ਰੀ ਪ੍ਰਵਾਨ ਕਰਨਾ। ਕੋਈ ਵਚਨ ਮੂੰਹ ਚੋਂ ਵਾਧੇ ਘਾਟੇ ਵਾਲਾ ਨਿਕਲ ਗਿਆ ਹੋਏ ਤੇ ਦਾਸ क्षमा ਦਾ याचक है। ਤੇ ਇਤਨੀ ਹਾਜ਼ਰੀ ਪ੍ਰਵਾਨ ਕਰਨਾ। ਧੰਨ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਆਪ ਜੀ ਦੀ ਸਦਾ ਹੀ ਜੈ। ਧੰਨ ਧੰਨ ਸਤਿਗੁਰੂ ਭਗਵਾਨ ਦਾਸ ਸਾਹਿਬ ਆਪ ਜੀ ਦੀ ਸਦਾ ਹੀ ਜੈ। ਧੰਨ ਧੰਨ ਸਤਿਗੁਰੂ ਸੇਵਾ ਰਾਮ ਸਾਹਿਬ ਆਪ ਜੀ ਦੀ ਸਦਾ ਹੀ ਜੈ। ਧੰਨ ਧੰਨ ਸਾਹਿਬ ਸੰਤ ਮਾਤਾ ਜੀ ਆਪ ਜੀ ਨੂੰ ਕੋਟ ਕੋਟ ਨਮਸਕਾਰ। ਸਤਿਕਾਰ।